ਤੇ ਹੁਣ ਸਵੇਰ ਵਾਲਾ ਸ਼ੋ ਵਿਜੇ ਸੈਣੀ ਦੇ ਨਾਲ। ਦੇਖੋ, ਪਾਰਲੀਮੈਂਟ ਦੀਆਂ ਜਿਹੜੀਆਂ ਸਿਟਿੰਗਸ ਨੇ ਉਹ ਹਜੇ ਤੱਕ ਇੱਕ ਸਪੈਸ਼ਲ ਕੋਵਿਡ-19 ਕਮੇਟੀ ਦੀ ਉਹਨੂੰ ਸ਼ਕਲ ਦਿੱਤੀ ਹੋਈ ਆ ਤੇ ਉਹਦੇ ਤਹਿਤ 2 ਦਿਨ ਤੇ ਹੁੰਦੀ ਆ ਵਰਚੁਅਲ ਸੈਟਿੰਗ ਤੇ 1 ਦਿਨ ਹੁੰਦੀ ਆ ਇਨ ਪਰਸਨ ਸਿਟਿੰਗ। ਪਰ ਹੁਣ ਉਹਦੇ ਵਿੱਚ ਕੁਝ ਤਰਮੀਮਾਂ ਦੀ ਤਜਵੀਜ਼ ਆ ਤੇ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਨੇ ਇੱਕ ਸੋਲੂਸ਼ਨ ਪ੍ਰਪੋਜ਼ ਕੀਤਾ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ 4 ਮੀਟਿੰਗਸ ਹੋਣ ਜੂਨ 17 ਤੱਕ, ਪਰ ਇਹ ਹਾਈਬ੍ਰਿਡ ਮੀਟਿੰਗਸ ਹੋਣਗੀਆਂ। ਹਾਈਬ੍ਰਿਡ ਦਾ ਮਤਲਬ ਕੀ ਹੋਇਆ? ਕਿਉਂਕਿ ਕੰਜ਼ਰਵੇਟਿਵ ਪਾਰਟੀ ਵਿਜੇ ਖੁਸ਼ ਨਹੀਂ ਸੀ ਸ਼ੁਰੂ ਤੋਂ ਹੀ ਇਸ ਸੈਟਅਪ ਦੇ ਨਾਲ, ਜਿਹਦੇ ਤਹਿਤ 2 ਵਰਚੁਅਲ ਸਿਟਿੰਗਸ ਤੇ 1 ਇਨ ਪਰਸਨ ਸਿਟਿੰਗ ਜਿਹੜੀ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਚੱਲਦੀ ਆ ਰਹੀ ਹੈ ਜੀ। ਤੇ ਕੰਜ਼ਰਵੇਟਿਵ ਪਾਰਟੀ ਕਹਿ ਰਹੀ ਸੀ ਕਿ ਪਾਰਲੀਮੈਂਟ ਦੇ ਵਿੱਚ ਹੋਵੇ, ਇਨ ਪਰਸਨ ਸੈਸ਼ਨ ਹੋਵੇ। ਜਿਹੜੇ ਐਂਡਰਿਊ ਸ਼ੀਅਰ ਨੇ ਉਹ ਕਹਿੰਦੇ ਰਹੇ ਪਾਰਲੀਮੈਂਟ ਨੂੰ ਐਸੈਂਸ਼ੀਅਲ ਸਰਵਿਸ ਡਿਕਲੇਅਰ ਕਰੋ ਤਾਂ ਕਿ ਪਾਰਲੀਮੈਂਟੇਰੀਅਨਸ ਵੀ ਕੰਮ ਤੇ ਆਉਣ। ਐਗਜ਼ੈਕਟਲੀ। ਤੇ ਹੁਣ ਜਿਹੜਾ ਕਿਹਾ ਗਿਆ ਕਿ ਜਸਟਿਨ ਟਰੂਡੋ ਬਹੁਤ ਦੇਰ ਤੋਂ ਕਹਿ ਰਹੇ ਸੀ, ਕਹਿੰਦੇ ਕਿ ਇੱਕ ਹਾਈਬ੍ਰਿਡ ਸਿਸਟਮ ਜੋ ਕਿ UK ਦੇ ਵਿੱਚ ਵੀ ਅਡਾਪਟ ਕੀਤਾ ਗਿਆ, ਜੋ ਚੱਲ ਵੀ ਰਿਹਾ ਉੱਥੇ, ਹੁਣ ਤਾਂ ਉਹਨੂੰ ਫੇਜ਼ ਆਊਟ ਕਰਨ ਬਾਰੇ ਵੀ ਸੋਚ ਰਹੇ ਨੇ। ਉਹ ਕਹਿ ਰਹੇ ਸੀ ਕਿ ਇਸ ਹਾਈਬ੍ਰਿਡ ਸਿਸਟਮ ਨੂੰ ਡਿਵੈਲਪ ਕਰਨ ਦੇ ਵਿੱਚ ਟਾਈਮ ਲੱਗੇਗਾ। ਇਹਦੇ 'ਚ ਹੈ ਕੀ ਹੈ ਕਿ ਕੁਝ ਲੋਕ, ਕੁਝ MPs ਹਾਊਸ ਦੇ ਅੰਦਰ ਹੋਣਗੇ ਤੇ ਬਹੁਤੇ MPs ਆਪਣੇ ਆਪਣੇ ਘਰਾਂ ਤੋਂ ਵਰਚੁਅਲੀ ਜੁੜਨਗੇ ਪਾਰਲੀਮੈਂਟ ਦੇ ਨਾਲ। ਹਾਊਸ ਆਫ ਕਾਮਨਸ ਦੇ ਵਿੱਚ 2 ਵੱਡੀਆਂ ਸਕਰੀਨਸ ਲਗਾਈਆਂ ਜਾਣੀਆਂ, ਸਪੀਕਰ ਦੀ ਕੁਰਸੀ ਦੇ ਦੋਵੇਂ ਪਾਸੇ। ਯੈਸ ਜੀ। ਤੇ ਉਹਦੇ ਉੱਤੇ ਤੁਸੀਂ ਦੇਖ ਸਕੋਗੇ ਜ਼ੂਮ ਮੀਟਿੰਗ ਹੋਏਗੀ ਮੋਸਟ ਲਾਈਕਲੀ, ਕਿਉਂਕਿ ਪਹਿਲਾਂ ਵੀ ਜ਼ੂਮ ਹੀ ਇਸਤੇਮਾਲ ਕੀਤਾ ਗਿਆ ਪਲੇਟਫਾਰਮ। ਹਾਂਜੀ। ਤੇ ਉਹਦੇ ਤਹਿਤ ਹੁਣ ਕੀ ਹੋਏਗਾ ਕਿ ਕੰਜ਼ਰਵੇਟਿਵਸ ਕਹਿ ਰਹੇ ਨੇ ਕਿ 50 MPs ਅਪ ਟੂ 50 MPs ਕਹਿੰਦੇ ਅਸੀਂ ਦੇਖਿਆ ਹੈਗਾ ਹਾਊਸ ਆਫ ਕਾਮਨਸ ਦੇ ਵਿੱਚ ਕਿ ਜੇ 50 ਤੱਕ MPs ਵੀ ਬੈਠਣ ਤਾਂ ਵੀ ਕਹਿੰਦੇ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਹਦਾਇਤ ਹੈ ਉਹਦੀ ਪਾਲਣਾ ਕੀਤੀ ਜਾ ਸਕਦੀ ਹੈ। 6 ਫੁੱਟ ਦੂਰ ਹੋ ਕੇ ਬਹਿ ਸਕਦੇ ਨੇ, 50 ਜਣੇ ਅਕੋਮੋਡੇਟ ਹੋ ਜਾਣਗੇ। ਯੈਸ। ਤੇ ਹੁਣ ਸ਼ਨੀਵਾਰ ਨੂੰ ਸਰਕਾਰ ਵੱਲੋਂ, ਲਿਬਰਲ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਵੱਲੋਂ ਇੱਕ ਪ੍ਰਪੋਜ਼ਲ ਇੱਕ ਜਿਹੜਾ ਪ੍ਰੈਜ਼ੈਂਟ ਕੀਤਾ ਗਿਆ ਤੇ ਉਹਦੇ ਵਿੱਚ ਪਰ ਇਹ ਨੰਬਰ ਨਹੀਂ ਦੱਸਿਆ ਗਿਆ ਕਿ ਕਿੰਨੇ MPs ਹਾਊਸ ਦੇ ਵਿੱਚ ਹੋਣਗੇ। ਕਿਉਂਕਿ ਦੇਖੋ ਅੱਜ ਜਿਹੜੀ ਡਿਬੇਟ ਹੋਣੀ ਆ, ਕਿਉਂਕਿ ਅੱਜ ਪਾਰਲੀਮੈਂਟ ਦਾ ਸੈਸ਼ਨ ਜਦੋਂ ਹੋਣਾ ਉਹਦੇ 'ਚ ਤਕਰੀਬਨ 32 MPs 32 ਦੇ ਪਾਰਟੀਸਿਪੇਟ ਕਰਨ ਦੀ ਉਮੀਦ ਆ। ਸੋ ਇਹ ਕੀ 50 MPs ਵਾਸਤੇ ਲਿਬਰਲ ਸਰਕਾਰ ਸਹਿਮਤ ਹੋਣਗੇ ਜਾਂ ਫਿਰ ਉਹ ਚਾਹੁੰਦੇ ਨੇ ਕਿ ਉਹ ਨੰਬਰ ਆਫ MPs ਘੱਟ ਹੋਣ ਤੇ ਬਾਕੀ ਸਾਰੇ ਜਿਹੜਾ ਔਨਲਾਈਨ ਹਾਈਬ੍ਰਿਡ ਮਾਡਲ ਹੈ ਉਹਦੇ ਥਰੂ ਸੈਸ਼ਨ ਦੇ ਵਿੱਚ ਹਿੱਸਾ ਲੈਣ? ਇਹ ਤੇ ਬਾਅਦ 'ਚ ਪਤਾ ਲੱਗਣਾ। ਉਹਨਾਂ ਨੇ ਕਿਹਾ ਵੀ ਜੁਲਾਈ ਤੇ ਜੁਲਾਈ ਤੇ ਅਗਸਤ ਦੇ ਵਿੱਚ ਸਪੈਸ਼ਲ ਸਿਟਿੰਗਸ ਦੀ ਗੱਲ ਵੀ ਕੀਤੀ ਗਈ ਹੈ ਇਸੇ ਪ੍ਰਪੋਜ਼ਲ 'ਚ। ਕਿਉਂਕਿ ਵੀ ਜੇ 17 ਜੂਨ ਨੂੰ ਜਿਹੜਾ ਸੈਸ਼ਨ ਹੈ ਖਤਮ ਹੋ ਜਾਣਾ, ਉਸ ਤੋਂ ਬਾਅਦ ਰਿਸੈਸ ਸ਼ੁਰੂ ਹੋ ਜਾਣੀ ਹੈ, ਗਰਮੀਆਂ ਦੀਆਂ ਛੁੱਟੀਆਂ। ਹਾਂ, ਤੇ ਆਮ ਤੌਰ ਤੱਕ ਅਗਲੇ ਸੈਸ਼ਨ ਤੱਕ ਕੋਈ ਵੀ ਸਿਟਿੰਗ ਹੁੰਦੀ ਨਹੀਂ। ਸੋ ਪਰ ਹੁਣ ਇਹਨਾਂ ਨੇ 4 ਸੈਸ਼ਨਸ ਰੱਖੇ ਆ ਸਪੈਸ਼ਲ। 17 ਜੂਨ ਤੋਂ ਬਾਅਦ ਵਿਜੇ ਪਹਿਲਾ ਸੈਸ਼ਨ 8 ਜੁਲਾਈ ਨੂੰ ਜੀ, ਫਿਰ 22 ਜੁਲਾਈ ਨੂੰ, ਫਿਰ 12 ਅਗਸਤ ਨੂੰ ਤੇ ਇੱਕ 26 ਅਗਸਤ ਨੂੰ। 4 ਸੈਸ਼ਨਸ ਟੋਟਲ ਰੱਖੇ ਗਏ ਨੇ। ਤੇ ਇਹਨਾਂ 4 ਦੀ ਅਹਿਮੀਅਤ ਇਹ ਹੋਣੀ ਹੈ ਕਿ ਇਹਦੇ ਵਿੱਚ ਜਿਹੜਾ ਕੁਐਸਚਨ ਪੀਰੀਅਡ ਆ ਉਹਨਾਂ 4 ਸੈਸ਼ਨਸ ਦਾ ਹਿੱਸਾ ਰਹੇਗਾ। ਅਜੇ ਪ੍ਰਪੋਜ਼ਲ ਆ ਜਿਹੜੀ ਲਿਬਰਲ ਪਾਰਟੀ ਦੀ ਪ੍ਰਪੋਜ਼ਲ ਆ, ਲਿਬਰਲ ਸਰਕਾਰ ਦੀ, ਤੇ ਇਹਦੇ ਵਿੱਚ ਹੁਣ ਤੇ ਇਹਦੇ 'ਚ ਕੋਵਿਡ-19 ਤੋਂ ਇਲਾਵਾ ਜਿਹੜੇ ਹੋਰ ਇਸ਼ੂਜ਼ ਨੇ ਉਹਨਾਂ ਬਾਰੇ ਸਵਾਲ ਜਵਾਬ ਕੀਤੇ ਜਾ ਸਕਣਗੇ। ਤੇ ਹੁਣ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਆ ਜਾਂਦੀ ਹੈ, ਕਿਉਂਕਿ ਇਹ ਗੱਲ ਹੋ ਰਹੀ ਹੈ ਹਾਊਸ ਆਫ ਕਾਮਨਸ ਦੀ ਤੇ ਪੋਲੀਟਿਕਸ ਨੂੰ ਇਸ ਤੋਂ ਹਟਾ ਕੇ ਨਹੀਂ ਦੇਖਿਆ ਜਾ ਸਕਦਾ। ਐਗਜ਼ੈਕਟਲੀ। ਤੇ ਹੁਣ ਸਵਾਲ ਇਹ ਹੈ ਕਿ ਇਹ ਜਿਹੜਾ ਪ੍ਰਪੋਜ਼ਲ ਹੈ ਸਰਕਾਰ ਦਾ, ਇਹਨੂੰ ਜਿਹੜੀਆਂ ਬਾਕੀ ਪਾਰਟੀਆਂ ਹੈਗੀਆਂ ਉਹਨਾਂ ਦੀ ਸਪੋਰਟ ਮਿਲੇਗੀ ਕਿ ਨਹੀਂ ਮਿਲੇਗੀ। ਸੋ NDP ਵਿਜੇ ਸ਼ੁਰੂ ਤੋਂ ਹੀ ਇਹ ਪੱਤਾ ਖੇਡਦੀ ਆਈ ਹੈ ਜੀ ਕਿ ਅਸੀਂ ਤੁਹਾਡੇ ਪ੍ਰਪੋਜ਼ਲ ਨੂੰ ਸਪੋਰਟ ਕਰਾਂਗੇ, ਪਰ ਸਾਡੀ ਇੱਕ ਆ ਸ਼ਰਤ ਤੇ 2 ਆ ਸ਼ਰਤਾਂ ਇਹਨਾਂ ਨੂੰ ਪਹਿਲਾਂ ਮਨਜ਼ੂਰ ਕਰੋ। ਰਾਈਟ। ਤੇ ਹੁਣ ਉਹਨਾਂ ਨੇ ਇਸ ਵਾਰ ਫਿਰ 2 ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖੀਆਂ ਨੇ। ਇੱਕ ਤਾਂ ਹੈਗੀ ਹੈ ਕਿ ਜਿਹੜਾ ਤੁਸੀਂ ਪੇਡ ਸਿਕ ਲੀਵ, ਦੇਖੋ ਉੱਤੇ ਨਾ ਗੱਲ ਚੱਲਦੀ ਰਹੀ ਹੈ, ਇਹ ਇੱਧਰੋਂ BC ਦੇ ਵਿੱਚ NDP ਸਰਕਾਰ ਵੱਲੋਂ ਵੀ ਚੱਲਦਾ ਰਿਹਾ ਕਿ ਪੇਡ ਸਿਕ ਲੀਵ ਹੋਣੀ ਚਾਹੀਦੀ ਹੈ। ਫਿਰ ਉਹ ਕਹਿੰਦੇ ਕਿ ਅਸੀਂ ਫੈਡਰਲ ਸਰਕਾਰ ਦੇ ਨਾਲ ਇਹਦੇ ਬਾਰੇ ਨੈਗੋਸ਼ੀਏਟ ਕਰ ਰਹੇ ਹਾਂ। ਜੇ ਨੈਸ਼ਨਲ ਪਲਾਨ ਹੋਵੇਗਾ ਤਾਂ ਬਿਹਤਰ ਹੈ, ਕਿਉਂਕਿ ਪੇਡ ਸਿਕ ਲੀਵ ਇੱਕ ਅਜਿਹੀ ਚੀਜ਼ ਹੈ ਜਿਹਦੀ ਜ਼ਰੂਰਤ ਸਿਰਫ ਬ੍ਰਿਟਿਸ਼ ਕੋਲੰਬੀਆ ਨੂੰ ਨਹੀਂ ਸਗੋਂ ਬਾਕੀ ਸੂਬਿਆਂ ਨੂੰ ਵੀ ਹੈ। ਸਪੈਸ਼ਲੀ ਪੇਡ ਸਿਕ ਲੀਵ ਦਾ ਮੁੱਦਾ ਉੱਠਿਆ ਕਿੱਥੋਂ ਕਿ ਜਿਹੜੇ ਵਿਅਕਤੀ ਬਿਮਾਰ ਹੋ ਜਾਂਦੇ ਨੇ, ਜੇ ਉਹਨਾਂ ਨੂੰ ਖਦਸ਼ਾ ਆ ਵੀ ਕਿਤੇ ਉਹਨਾਂ ਨੂੰ ਕੋਵਿਡ ਨਾ ਹੋਵੇ, ਤੇ ਜੇ ਉਹਨਾਂ ਨੂੰ ਕੋਵਿਡ ਹੀ ਹੋਵੇ ਤੇ ਬਾਅਦ 'ਚ ਟੈਸਟਿੰਗ ਤੋਂ ਬਾਅਦ ਪਤਾ ਲੱਗਣਾ, ਉਹ ਇਸ ਕਰਕੇ ਕੰਮ ਤੋਂ ਛੁੱਟੀ ਨਹੀਂ ਲੈਂਦੇ ਵੀ ਜੇ ਕੰਮ ਤੋਂ ਛੁੱਟੀ ਕੀਤੀ ਪੈਸੇ ਨਹੀਂ ਮਿਲਣੇ, ਖਰਚਾ ਕਿਵੇਂ ਚੱਲਣਾ। ਤੇ ਫਿਰ ਜੇ ਤੁਸੀਂ CERB 'ਤੇ ਵੀ ਜਾਂਦੇ ਹੋ, ਲੈਟਸ ਸੇ CERB ਇਹ ਤਾਂ ਹੈ ਨਹੀਂ ਕਿ ਤੁਸੀਂ ਪਹਿਲੇ ਹੀ ਦਿਨ ਛੁੱਟੀ ਕਰ ਲਈ ਹੈ, ਤੁਸੀਂ ਹਫ਼ਤਾ ਛੁੱਟੀ ਕੀਤੀ ਨਾਲ ਦੀ ਨਾਲ ਪੈਸੇ ਆ ਗਏ। ਬੰਦੇ ਦੇ ਮਨ ਦੇ ਵਿੱਚ ਉਹ ਫਾਈਨੈਂਸ਼ੀਅਲ ਇਨਸਿਕਿਉਰਿਟੀ ਜਦੋਂ ਆ ਜਾਂਦੀ ਆ, ਉਹਨੂੰ ਲੈ ਕੇ ਸੀ ਕਿ ਜੇ ਪੇਡ ਸਿਕ ਲੀਵ ਹੋਏਗੀ ਤਾਂ ਜੇ ਕੋਈ ਮੁਲਾਜ਼ਮ ਬਿਮਾਰ ਹੋ ਜਾਂਦਾ ਤਾਂ ਉਹ ਕੰਮ 'ਤੇ ਜਾਣ ਤੋਂ ਮਜਬੂਰ ਨਹੀਂ ਹੋਏਗਾ। ਐਗਜ਼ੈਕਟਲੀ। ਕਿਉਂਕਿ ਇਹਦੀਆਂ ਮਿਸਾਲਾਂ ਅਸੀਂ ਵੇਖ ਚੁੱਕੇ ਹਾਂ। ਜਿਹੜਾ ਈਸਟ ਵੈਨਕੂਵਰ ਦੇ ਵਿੱਚ ਯੂਨਾਈਟਿਡ ਪੋਲਟਰੀ ਵਾਲਾ ਪਲਾਂਟ ਸੀ, ਉੱਥੇ ਇਸੇ ਕਰਕੇ ਇਨਫੈਕਸ਼ਨ ਜ਼ਿਆਦਾ ਫੈਲੀ ਸੀ। ਸੋ ਪੇਡ ਸਿਕ ਲੀਵ ਦੀ ਗੱਲ ਉੱਥੋਂ ਚੱਲੀ ਹੋਈ ਹੈ, ਅਤੇ ਅਜੇ ਤੱਕ ਇਹਦੇ ਬਾਰੇ ਫੈਡਰਲ ਸਰਕਾਰ ਵੱਲੋਂ ਕੋਈ ਹਾਮੀ ਤਾਂ ਭਰੀ ਗਈ ਵੀ ਹਾਂ ਇਹ ਚਾਹੀਦੀ ਹੈ,
ਪਰ ਕੀ ਉਹਨਾਂ ਵੱਲੋਂ ਪਲਾਨ ਦਿੱਤਾ ਜਾਏਗਾ ਉਹਦੇ ਬਾਰੇ ਗੱਲ ਨਹੀਂ ਸੀ ਹੋਈ। ਰਾਈਟ। ਤੇ ਤੁਸੀਂ ਜਿਹੜੀ ਗੱਲ ਕੀਤੀ ਕਿ ਐਨਡੀਪੀ ਨੇ ਕਿਹਾ ਕਿ ਉਹ ਨੈਗੋਸ਼ੀਏਟ ਕਰ ਰਹੀ ਹੈ ਪਾਰਟੀ ਐਜ਼ ਅ ਪਾਰਟੀ ਵਿਦ ਦ ਗਵਰਨਮੈਂਟ, ਉਹ ਹੁਣ ਨੈਗੋਸ਼ੀਏਸ਼ਨ ਇਸ ਤਰੀਕੇ ਨਾਲ ਕਰ ਰਹੀ ਹੈ ਦੈਟਸ ਰਾਈਟ ਕਿ ਸਾਡੀ ਇੱਕ ਸ਼ਰਤ ਮੰਨੋ, ਅਸੀਂ ਤੁਹਾਡੀ ਇੱਕ ਸ਼ਰਤ ਮੰਨਾਂਗੇ। ਸੋ ਜਿਹੜੇ ਫੈਡਰਲ ਐਨਡੀਪੀ ਵਾਲੇ ਨੇ ਉਹ ਆਪਣੀ ਬੀਸੀ ਦੀ ਪ੍ਰੋਵਿੰਸ਼ੀਅਲ ਐਨਡੀਪੀ ਕਜ਼ਨਸ ਦੀ ਗੱਲ ਨੂੰ ਇਸ ਮਤੇ ਦੇ ਨਾਲ ਜੋੜ ਰਹੇ ਨੇ, ਅਗਾਂਹ ਲੈ ਕੇ ਜਾ ਰਹੇ ਜੀ। ਤੇ ਹੁਣ ਇੱਕ ਹੈਗਾ ਕਿ ਪੇਡ ਸਿਕ ਲੀਵ ਨੂੰ ਲਾਗੂ ਕਰੋ, ਤੇ ਦੂਸਰਾ ਹੈਗਾ ਕਿ ਡਿਸੇਬਲਡ ਕੈਨੇਡੀਅਨਸ ਵਾਸਤੇ ਕੋਈ ਬੈਨੀਫਿਟ ਮੁਹੱਈਆ ਕਰਾਓ, ਜੀ। ਸੋ ਇਹ ਦੋ ਸ਼ਰਤਾਂ ਐਨਡੀਪੀ ਨੇ ਰੱਖੀਆਂ ਨੇ ਤੇ ਮੋਸਟ ਲਾਈਕਲੀ ਲਿਬਰਲ ਸਰਕਾਰ ਵੀ ਚਾਹੇਗੀ ਕਿ ਇਹ ਬੈਨੀਫਿਟਸ ਜਿਹੜੇ ਇੰਪਲੀਮੈਂਟ ਹੋ ਜਾਣ, ਕਿਉਂਕਿ ਇਟ ਗੋਜ਼ ਵੈਲ ਵਿਦ देयर ਆਈਡੀਓਲੋਜੀ, ਜੀ। ਤੇ ਉਹ ਇਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ, ਔਰ ਐਜ਼ ਇਟ ਇਜ਼ ਵੀ ਉਹਨਾਂ ਨੇ ਕਰਨਾ ਹੀ ਸੀ। ਤੇ ਹੁਣ ਇਹਦੇ ਨਾਲ ਹੀ ਹੋ ਜਾਏਗਾ ਕਿ ਇਹਦਾ ਜਿਹੜਾ ਸਿਰ ਹੈ ਉਹ ਐਨਡੀਪੀ ਦੇ ਸਿਰ ਵੱਜ ਜਾਏਗਾ, ਫਿਰ ਐਨਡੀਪੀ ਤੇ ਚਲਾ ਜਾਣਾ। ਪਰ ਦੇਖੋ ਇਹਦੇ ਵਿੱਚੋਂ ਹਲੇ ਕਿਉਂਕਿ ਐਟਲੀਸਟ ਇੱਕ ਪਾਰਟੀ ਦੀ ਸਪੋਰਟ ਲਿਬਰਲਸ ਨੂੰ ਚਾਹੀਦੀ ਹੈ, ਮਾਈਨੋਰਿਟੀ ਸਰਕਾਰ ਹੈ, ਤੇ ਜਿਹੜਾ ਉਹਨਾਂ ਦੀ ਪ੍ਰਪੋਜ਼ਲ ਹੈ ਕਿ ਪਾਰਲੀਮੈਂਟ ਦਾ ਜਿਹੜਾ ਕਾਰਜ ਹੈ ਉਹ ਜਾਂ ਕਾਰ ਵਿਹਾਰ ਹੈ ਉਹ ਕਿਵੇਂ ਚੱਲਣਾ ਅੱਗੇ, ਉਹਨਾਂ ਦੀ ਪ੍ਰਪੋਜ਼ਲ ਨੂੰ ਪਾਸ ਹੋਣ ਵਾਸਤੇ ਘੱਟੋ ਘੱਟ ਇੱਕ ਪਾਰਟੀ ਦੀ ਸਪੋਰਟ ਚਾਹੀਦੀ ਹੈ। ਤੇ ਜਿਹੜੇ ਉਹ ਨੈਚੁਰਲ ਐਲਾਈਜ਼ ਬਣਦੇ ਨੇ ਉਹ ਐਨਡੀਪੀ ਵਾਲੇ ਹੀ ਬਣਦੇ ਨੇ। ਕੰਜ਼ਰਵੇਟਿਵਸ ਨੇ ਵੀ ਇਹ ਗੱਲ ਜ਼ਰੂਰ ਕਹੀ, ਜਿਹੜੇ ਕੈਂਡਿਸ ਬਰਜਨ ਉਹਨਾਂ ਦੇ ਹਾਊਸ ਲੀਡਰ ਨੇ, ਉਹ ਕਹਿੰਦੇ ਵੀ ਅਸੀਂ ਸਰਕਾਰ ਦੀ ਤਜਵੀਜ਼ ਨੂੰ ਇਹ ਨਹੀਂ ਹੈ ਕਿ ਨਾਪਸੰਦ ਕਰਦੇ ਹਾਂ, ਸਾਨੂੰ ਨਾਪਸੰਦ ਨਹੀਂ ਆ, ਪਰ ਇਹ ਹੈ ਕਿ ਫਿਰ ਵੀ ਜਿਹੜੇ ਆਹ ਕਮੇਟੀਜ਼ ਦਾ ਕੰਮ ਤੇ ਹੋਰ ਜਿਹੜਾ ਬਾਕੀ ਪਾਰਲੀਮੈਂਟ ਦਾ ਬਿਜ਼ਨਸ ਆ ਉਹ ਬਿਲਕੁਲ ਹੁਣ ਆਮ ਵਾਂਗੂ ਚੱਲਣਾ ਚਾਹੀਦਾ। ਆਫ ਕੋਰਸ ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕੀਤੀ ਕਿ ਨੰਬਰ ਆਫ ਮੈਂਬਰਸ ਉਹਦੇ 'ਚ 50 ਹੀ ਹੋਣ, ਇਹ ਨਹੀਂ ਕਿ ਸਾਰੇ ਜਾਣੇ ਆਉਣ, ਬਾਕੀ ਜਾਣੇ ਆਨਲਾਈਨ ਸ਼ਮੂਲੀਅਤ ਕਰ ਲੈਣ, ਪਰ ਨਾਲ ਹੀ ਉਹਦੇ ਨਾਲ ਗੱਲ ਜੁੜੀ ਆਉਂਦੀ ਹੈ ਸਿਕਿਉਰਿਟੀ ਦੀ, ਕਿ ਜਿਹੜਾ ਆਨਲਾਈਨ ਸਿਸਟਮ ਹੈ ਉਹ ਕਿਤੇ ਹੈਕ ਨਾ ਹੋ ਜਾਵੇ। ਕੰਜ਼ਰਵੇਟਿਵਸ ਨਾ ਵਿਜੇ ਸ਼ੁਰੂ ਤੋਂ ਹੀ ਵਰਚੁਅਲ ਸਿਟਿੰਗ ਦੇ ਖਿਲਾਫ ਹੈਗੇ, ਉਹ ਕਹਿੰਦੇ ਆ ਕਿ ਹਾਊਸ ਦੇ ਵਿੱਚ 50 ਮੈਂਬਰਸ ਬੈਠਣ, ਜੀ, ਤੇ ਉਹ ਇਨ ਪਰਸਨ ਹੀ ਹੋਵੇ ਸਾਰਾ ਸੈਸ਼ਨ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਤੁਸੀਂ ਗੱਲ ਕੀਤੀ, ਉਹਨਾਂ ਨੇ ਕਿਹਾ ਕੰਜ਼ਰਵੇਟਿਵ ਪਾਰਟੀ ਨੇ, ਕਹਿੰਦੇ ਅਸੀਂ ਬਿਲਕੁਲ ਨਾਪਸੰਦ ਨਹੀਂ ਕਰਦੇ ਲਿਬਰਲਸ ਦਾ ਜਿਹੜਾ ਇਹ ਸੁਝਾਅ ਹੈ, ਪਰ ਕਹਿੰਦੇ ਕਿ ਜਿਹੜਾ ਸਮਾਂ ਅਲਾਟ ਕੀਤਾ ਗਿਆ ਹੈ ਹਾਊਸ ਆਫ ਕਾਮਨਸ ਦੇ ਵਿੱਚ ਇਸ ਡਿਬੇਟ ਨੂੰ, ਅਸੀਂ ਉਹਨੂੰ ਇਸਤੇਮਾਲ ਕਰਾਂਗੇ, ਜੀ। ਸੋ ਦਿਸ ਇਜ਼ ਲਾਈਕ ਬੀਇੰਗ ਐਨ ਆਪੋਜੀਸ਼ਨ ਫॉर द ਸੇਕ ਆਫ ਬੀਇੰਗ ਐਨ ਆਪੋਜੀਸ਼ਨ। ਤੇ ਉਹਨਾਂ ਨੇ ਹੁਣ ਤੁਸੀਂ ਦੇਖੋ ਜਿਹੜਾ ਨਾਰਮਲੀ ਵੀ ਜਿਹੜਾ ਇਨ ਪਰਸਨ ਸੈਸ਼ਨ ਹੁੰਦਾ ਆ, ਜੀ, ਉਹਦੇ ਵਿੱਚ ਅਸੀਂ ਦੇਖਿਆ ਕਿ 32 MP ਔਨ ਐਨ ਐਵਰੇਜ ਬੈਠਦੇ ਰਹੇ ਨੇ ਹਾਊਸ ਆਫ ਕਾਮਨਸ ਦੇ ਵਿੱਚ। ਤੇ ਉਹਦੇ ਨਾਲ ਹੁਣ ਜਿਹੜਾ ਹਾਈਬ੍ਰਿਡ ਸੈਸ਼ਨ ਹੈ ਉਹਦੇ ਨਾਲ ਜੋੜ ਲਓ ਕਿ ਉਹ 32 MP ਤਾਂ ਹੈਗੇ ਹੀ ਹੈਗੇ। ਦਿਸ ਇਜ਼ ਜਸਟ ਐਨ ਅਜ਼ੰਪਸ਼ਨ ਕਿ ਲੈਟਸ ਸੇ ਕਿ ਪਹਿਲਾਂ ਵੀ 32 ਚੱਲਦੇ ਆ ਰਹੇ ਸੀ ਤੇ ਹੁਣ ਵੀ 32 MP ਹੀ ਬੈਠਣਗੇ। ਉਹਨਾਂ ਦੇ ਨਾਲ ਸਾਰੇ MPs ਵਰਚੁਅਲੀ ਜੁੜ ਸਕਦੇ ਆ। ਦੈਟਸ ਰਾਈਟ। ਕੰਜ਼ਰਵੇਟਿਵ ਪਾਰਟੀ ਕਹਿ ਰਹੀ ਹੈ ਕਿ ਜਿਹੜੇ ਬਾਕੀ ਸਾਰੇ ਜੁੜਨੇ ਨੇ ਆਪਣੇ ਘਰਾਂ ਤੋਂ, ਜਿਹੜੇ ਫਾਰ ਫਲੰਗ ਏਰੀਆਜ਼ ਤੋਂ ਜਿਹੜੇ MPs ਆ ਕੇ ਨਹੀਂ ਆ ਸਕਦੇ, ਜਿਹੜੇ ਸ਼ਮੂਲੀਅਤ ਨਹੀਂ ਕਰ ਸਕਦੇ ਪਾਰਲੀਮੈਂਟ 'ਚ, ਉਹ ਆਪਣੇ ਘਰਾਂ ਤੋਂ ਜੁੜ ਸਕਦੇ ਨੇ, ਜੀ। ਕੰਜ਼ਰਵੇਟਿਵ ਪਾਰਟੀ ਕਹਿੰਦੀ ਹੈ ਕਿ ਉਹਨਾਂ ਨੂੰ ਹਟਾ ਦਿਓ, ਉਹ ਜਿਹੜੇ 32 MP ਹਾਊਸ ਦੇ ਵਿੱਚ ਬੈਠਣੇ ਆ ਉਹਨਾਂ ਨੂੰ ਵਧਾ ਕੇ 50 ਕਰ ਦਿਓ। ਪਰ 50 ਦੇ ਨਾਲ 338 ਦਾ ਤੁਹਾਡਾ ਅਸੈਂਬਲੀ ਹੈ, ਉਹਦੇ ਵਿੱਚੋਂ ਜੇ 50 ਬੰਦੇ ਹੀ ਆਏ, ਦੈਟਸ ਲੈਸ ਦੈਨ 1/6। ਯੈਸ। ਸੋ ਕੰਜ਼ਰਵੇਟਿਵ ਪਾਰਟੀ ਕਹਿ ਰਹੀ ਹੈ ਕਿ ਫੁੱਲ ਪਾਰਟਿਸਿਪੇਸ਼ਨ ਹੋਵੇ, ਤੇ ਐਨਡੀਪੀ ਦਾ ਇਹ ਕਹਿਣਾ ਹੈ ਕਿ ਕੰਜ਼ਰਵੇਟਿਵਸ ਦਾ ਜਿਹੜਾ ਸੁਝਾਅ ਹੈ ਉਹ ਫੁੱਲ ਪਾਰਟਿਸਿਪੇਸ਼ਨ ਦੇ ਹੱਕ ਵਿੱਚ ਤਾਂ ਜਾਂਦਾ ਹੈ, ਬਟ ਫॉर ਵੈਰੀ ਫਿਊ MPs, ਸਿਰਫ 50 MPs ਫੁੱਲੀ ਪਾਰਟਿਸਿਪੇਟ ਕਰ ਸਕਣਗੇ, ਬਾਕੀਆਂ ਦਾ ਕੀ? ਉਹਦੇ 'ਚ ਕੰਟਰਾਡਿਕਟਰੀ ਗੱਲ ਆਪਣੇ ਆਪ 'ਚ ਹੀ ਹੋ ਗਈ, ਆਪਾਂ ਵਿਰੋਧੀ ਗੱਲ ਹੋ ਗਈ। ਇੱਕ ਪਾਸੇ ਤੁਸੀਂ ਫੁੱਲ ਪਾਰਟਿਸਿਪੇਸ਼ਨ ਦੀ ਗੱਲ ਕਰ ਰਹੇ ਹੋ, ਪਰ ਜੇ ਮੈਕਸਿਮਮ 50 ਬੰਦੇ ਹੀ ਆਉਣੇ ਨੇ ਤਾਂ ਫਿਰ ਜਿਹੜੇ ਬਾਕੀ ਦੇ 288 ਰਹਿ ਗਏ ਉਹਨਾਂ ਨੇ ਕਿੱਥੇ ਜਾਣਾ?